ਕੌਣ ਸਨ ਭਾਈ ਮੱਖਣ ਸ਼ਾਹ ਲੋਬਾਣਾ ਜੀ, ਜਿਨ੍ਹਾਂ ਦਾ ਵਪਾਰ ਅਫਰੀਕਾ, ਫਰਾਂਸ, ਪੁਰਤਗਾਲ ਤੱਕ ਫੈਲਿਆ ਹੋਇਆ ਸੀ। ਕਿਉਂ ਔਰੰਗਜ਼ੇਬ ਵਰਗੇ ਜ਼ਾਲਮ ਬਾਦਸ਼ਾਹ ਨੇ ਉਹਨਾਂ ਨੂੰ ਕਤਲ ਦੀ ਛੋਟ ਦਿੱਤੀ ਹੋਈ ਸੀ, ਫਿਰ ਭਾਵੇਂ ਉਹ ਕਤਲ ਕਿਸੇ ਮੁਸਲਮਾਨ ਦਾ ਹੀ ਕਿਉਂ ਨਾ ਹੋਵੇ। ਉਹਨਾਂ ਦਾ ਪਰਿਵਾਰਕ ਪਿਛੋਕੜ ਕੀ ਸੀ, ਉਹ ਕਾਹਦਾ ਵਪਾਰ ਕਰਦੇ ਸਨ, ਕਿਵੇਂ ਭਾਈ ਮੱਖਣ ਸ਼ਾਹ ਲੋਬਾਣਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ। ਇਸ ਵੀਡੀਓ ਵਿੱਚ ਤੁਹਾਨੂੰ ਅਜਿਹੀਆਂ ਕਈ ਨਵੀਆਂ ਗੱਲਾਂ ਦਾ ਪਤਾ ਲੱਗੂਗਾ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ। ਅੱਜ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਭਾਈ ਮੱਖਣ ਸ਼ਾਹ ਲੋਬਾਣਾ ਜੀ ਬਾਰੇ, ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੇ ਵਪਾਰ ਬਾਰੇ। ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਭਾਈ ਮੱਖਣ ਸ਼ਾਹ ਲੋਬਾਣਾ ਜੀ ਬਾਰੇ ਜਾਣਨ ਵਾਸਤੇ ਆਪਾਂ ਇਸ ਵੀਡੀਓ ਨੂੰ 3 ਭਾਗਾਂ 'ਚ ਵੰਡਾਂਗੇ। ਉਹਨਾਂ ਦਾ ਪਰਿਵਾਰਕ ਪਿਛੋਕੜ ਕੀ ਸੀ ਤੇ ਕਿਵੇਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਵਪਾਰ ਅਫਰੀਕਾ, ਫਰਾਂਸ, ਪੁਰਤਗਾਲ ਤੱਕ ਫੈਲਿਆ ਹੋਇਆ ਸੀ। ਦੂਜਾ ਭਾਗ ਕਿ ਉਹ ਕਾਹਦਾ ਵਪਾਰ ਕਰਦੇ ਸਨ, ਤੇ ਤੀਜਾ ਭਾਗ ਕਿ ਉਹਨਾਂ ਨੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭਿਆ। ਇਹ ਜਨਮ ਸਾਖੀ ਵੀ ਆਪਾਂ ਆਪ ਜੀ ਨਾਲ ਅੱਜ ਸਾਂਝੀ ਕਰਾਂਗੇ। ਜਦੋਂ ਵੀ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਨਾਮ ਆਉਂਦਾ ਹੈ ਤਾਂ ਸਾਡੇ ਮਨਾਂ ਵਿੱਚ ਇੱਕ ਤਸਵੀਰ ਬਣਨੀ ਸ਼ੁਰੂ ਹੋ ਜਾਂਦੀ ਹੈ, ਜਾਂ ਕਹਿ ਲਓ ਕਿ ਸਾਡੇ ਦਿਮਾਗ ਵਿੱਚ ਉਹ ਸਾਖੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਕੋਈ ਛੋਟੇ-ਮੋਟੇ ਵਪਾਰੀ ਸਨ। ਉਹਨਾਂ ਦਾ ਬੇੜਾ ਜਿਹੜਾ ਦਰਿਆ 'ਚ ਡੁੱਬ ਰਿਹਾ ਸੀ, ਉਹਨਾਂ ਨੇ 500 ਮੋਹਰਾਂ ਸੁੱਖ ਲੀਆਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਬੇੜਾ ਪਾਰ ਲਾ ਦਿੱਤਾ। ਜੀ ਹਾਂ, ਬਿਲਕੁਲ ਕੁਝ ਇੱਦਾਂ ਹੀ ਹੋਇਆ ਸੀ। ਪਰ ਭਾਈ ਮੱਖਣ ਸ਼ਾਹ ਲੋਬਾਣਾ ਜੀ ਦੀ ਜੋ ਅਸਲ ਤਸਵੀਰ ਆ ਉਹ ਸਾਨੂੰ ਅਜੇ ਤੱਕ ਕਦੀ ਦਿਖਾਈ ਨਹੀਂ ਗਈ, ਜਾਂ ਕਹਿ ਲਓ ਕਿ ਸਾਡੀ ਕੌਮ ਦੀ ਤਰਾਸਦੀ ਆ ਕਿ ਉਹ ਆਪਣੇ ਮਾਣ-ਮੱਤੇ ਇਤਿਹਾਸ ਨੂੰ ਸਾਂਭਣ ਵਿੱਚ ਉਹਨੇ ਸਫਲ ਨਹੀਂ ਹੋਈ। ਇਸ ਲਈ ਅੱਜ ਕਿਤੇ ਵੀ ਸਾਨੂੰ ਭਾਈ ਮੱਖਣ ਸ਼ਾਹ ਲੋਬਾਣਾ ਜੀ ਬਾਰੇ ਕੋਈ ਕਿਤਾਬ ਜਾਂ ਕੋਈ ਸਰੋਤ ਅਜਿਹਾ ਨਹੀਂ ਮਿਲਦਾ ਜਿੱਥੋਂ ਸਾਨੂੰ ਉਹਨਾਂ ਬਾਰੇ ਪਤਾ ਲੱਗ ਸਕੇ। ਗੱਲ ਕਰਦੇ ਹਾਂ ਆਪਾਂ ਆਪਣੀ ਵੀਡੀਓ ਦੇ ਪਹਿਲੇ ਭਾਗ ਦੀ ਕਿ ਉਹਨਾਂ ਦਾ ਪਰਿਵਾਰਕ ਪਿਛੋਕੜ ਕੀ ਸੀ ਤੇ ਕਿਵੇਂ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਵਪਾਰ ਆ ਅਫਰੀਕਾ, ਪੁਰਤਗਾਲ, ਫਰਾਂਸ ਤੱਕ ਫੈਲਿਆ ਹੋਇਆ ਸੀ। ਭਾਈ ਮੱਖਣ ਸ਼ਾਹ ਲੋਬਾਣਾ ਜੀ ਦੇ ਪਰਿਵਾਰ ਤੇ ਉਹਨਾਂ ਦੇ ਪਿਛੋਕੜ ਬਾਰੇ ਸਾਨੂੰ ਸਭ ਤੋਂ ਪਹਿਲੀ ਜਿਹੜੀ ਜਾਣਕਾਰੀ ਮਿਲਦੀ ਆ ਉਹ ਕੋਲਸਬਰਗ ਵਾਲੀ ਜਨਮ ਸਾਖੀ 'ਚ ਮਿਲਦੀ ਆ, ਜੋ ਅੱਜ ਲੰਡਨ ਦੀ ਇੱਕ ਲਾਇਬ੍ਰੇਰੀ 'ਚ ਪਈ ਆ। ਕੋਲਸਬਰਗ ਇਸ ਨੂੰ ਲੰਡਨ ਲੈ ਕੇ ਗਿਆ ਸੀ, ਇਸ ਕਰਕੇ ਇਸ ਨੂੰ ਕੋਲਸਬਰਗ ਵਾਲੀ ਜਨਮ ਸਾਖੀ ਕਿਹਾ ਜਾਂਦਾ ਆ। ਸਭ ਤੋਂ ਪੁਰਾਤਨ ਜਨਮ ਸਾਖੀ ਹੋਣ ਕਰਕੇ ਇਸ ਨੂੰ ਪੁਰਾਣੀ ਜਨਮ ਸਾਖੀ ਵੀ ਕਿਹਾ ਜਾਂਦਾ ਆ। ਵਿਦੇਸ਼ ਵਿੱਚ ਪਈ ਹੋਣ ਕਰਕੇ ਇਸ ਨੂੰ ਵਲੈਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਆ, ਤੇ ਹਫੀਜ਼ਾਬਾਦ ਵਿੱਚ ਲਿਖੀ ਹੋਣ ਕਰਕੇ ਇਸ ਨੂੰ ਹਫੀਜ਼ਾਬਾਦ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ। ਬੇਸ਼ੱਕ ਨਾਮ ਵੱਖਰੇ ਵੱਖਰੇ ਨੇ, ਪਰ ਜਾਣਕਾਰੀ ਪ੍ਰਾਪਤ ਕਰਨ ਦਾ ਸਰੋਤ ਸਿਰਫ ਇੱਕ ਹੀ ਆ। ਇਸ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਮਾਨਸਰੋਵਰ ਤੋਂ ਲੇਹ ਲਦਾਖ ਤੋਂ ਮਟਨ, ਤੇ ਮਟਨ ਤੋਂ ਜਦੋਂ ਗੁਜਰਾਤ ਪਹੁੰਚਦੇ ਨੇ। ਗੁਜਰਾਤ ਅੱਜ ਭਾਰਤ ਵਾਲਾ ਗੁਜਰਾਤ ਨਹੀਂ, ਸਗੋਂ ਉਹ ਗੁਜਰਾਤ ਜੋ ਪਾਕਿਸਤਾਨ ਵਿੱਚ ਹੈ, ਜਿਸ ਨੂੰ 14ਵੀਂ ਸਦੀ ਵਿੱਚ ਰਾਮਗੋਪਾਲ ਗੁੱਜਰ ਨੇ ਵਸਾਇਆ ਸੀ। ਗੁਰੂ ਨਾਨਕ ਸਾਹਿਬ ਗੁਜਰਾਤ ਪਹੁੰਚ ਕੇ ਇੱਕ ਮਹਿਲ ਵਰਗੇ ਘਰ ਦੇ ਬਾਹਰ ਖਲੋਂਦੇ ਨੇ, ਜਿਸ ਦੀ ਛੱਤ ਦੇ ਉੱਪਰ 4 ਝੰਡੇ ਝੂਲ ਰਹੇ ਹੁੰਦੇ ਨੇ। ਹੁਣ ਜਿਹੜੇ ਛੱਤ ਉੱਪਰ ਇਹ 4 ਝੰਡੇ ਝੂਲ ਰਹੇ ਆ, ਇਹਨਾਂ ਦਾ ਵੀ ਇੱਕ ਆਪਣਾ ਇਤਿਹਾਸ ਆ। ਉਸ ਸਮੇਂ ਮੰਨਿਆ ਜਾਂਦਾ ਸੀ ਕਿ ਜਦੋਂ ਕਿਸੇ ਇੱਕ ਇਨਸਾਨ ਦੀ ਜਿਹੜੀ ਸਾਲਾਨਾ ਇਨਕਮ ਆ 1 ਲੱਖ ਸੋਨੇ ਦੀਆਂ ਮੋਹਰਾਂ ਤੋਂ ਉੱਪਰ ਹੁੰਦੀ ਸੀ, ਤਾਂ ਉਸ ਦੀ ਛੱਤ ਦੇ ਉੱਪਰ ਇੱਕ ਝੰਡਾ ਝੁਲਾਇਆ ਜਾਂਦਾ ਸੀ। ਪਰ ਇਸ ਘਰ ਦੀ ਛੱਤ ਉੱਪਰ ਤਾਂ 4 ਝੰਡੇ ਝੁਲ ਰਹੇ ਸਨ, ਜਿੱਥੋਂ ਤੁਸੀਂ ਇਹਨਾਂ ਘਰ ਵਾਲਿਆਂ ਦੀ ਆਮਦਨ ਦਾ ਅੰਦਾਜ਼ਾ ਲਾ ਸਕਦੇ ਹੋ। ਇਹ ਘਰ ਕਿਸੇ ਹੋਰ ਦਾ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਦੇ ਇੱਕ ਪੈਰੋਕਾਰ ਭਾਈ ਸੋਮ ਦਾ ਘਰ ਸੀ, ਤੇ ਜਿਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਅੱਗੇ ਚੱਲ ਕੇ ਗੁਰੂ ਘਰ ਦੀਆਂ ਪ੍ਰੇਮੀ ਰਹੀਆਂ ਨੇ। ਜਿਵੇਂ ਭਾਈ ਸੋਮ ਦੇ ਪੁੱਤਰ ਦਾ ਨਾਮ ਸੀ ਅਰਥਾ, ਅਰਥੇ ਦੇ ਪੁੱਤਰ ਦਾ ਨਾਮ ਸੀ ਬੀਨਾ, ਬੀਨੇ ਦੇ ਪੁੱਤਰ ਦਾ ਨਾਮ ਸੀ ਦਾਸਾ, ਤੇ ਦਾਸੇ ਦੇ ਪੁੱਤਰ ਦਾ ਨਾਮ ਸੀ ਭਾਈ ਮੱਖਣ ਸ਼ਾਹ ਲੋਬਾਣਾ। ਜਿੱਥੋਂ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਦੇ ਪਿਛੋਕੜ ਤੋਂ ਉਹਨਾਂ ਦਾ ਪਰਿਵਾਰ ਜਿਹੜਾ ਆ ਉਹ ਗੁਰੂ ਘਰ ਦਾ ਪ੍ਰੇਮੀ ਰਿਹਾ ਹੈ। ਇਸ ਤੋਂ ਇਲਾਵਾ 4 ਦਹਾਕੇ ਪਹਿਲਾਂ, ਯਾਨੀ ਕਿ ਲਗਭਗ 40 ਸਾਲ ਪਹਿਲਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਲੋਚਨਾ ਨਾਮ ਦੇ ਮਾਸਿਕ ਪੱਤਰ ਵਿੱਚੋਂ ਭੱਟਵਈਆਂ ਦਾ ਅਧਿਐਨ ਕਰਕੇ ਇੱਕ ਕਿਤਾਬ ਲਿਖੀ ਸੀ, ਜਿਸ ਦਾ ਨਾਮ ਉਹਨਾਂ ਨੇ ਰੱਖਿਆ ਸੀ ਸੰਪੂਰਨ ਇਤਿਹਾਸ ਭਾਈ ਮੱਖਣ ਸ਼ਾਹ ਲੋਬਾਣਾ। ਹੁਣ ਜੇਕਰ ਥੋੜੀ ਪਿੱਛੇ ਝਾਤੀ ਮਾਰੀਏ ਤਾਂ ਕਿਰਪਾਲ ਕਜ਼ਾਈ ਨੇ ਇੱਕ ਕਿਤਾਬ ਲਿਖੀ ਸੀ ਸਿਲੀਕਰ ਕਬੀਲੇ ਦਾ ਇਤਿਹਾਸ, ਤੇ ਜੇਕਰ ਥੋੜਾ ਹੋਰ ਪਿੱਛੇ ਝਾਤੀ ਮਾਰਦੇ ਤਾਂ 1882 ਵਿੱਚ ਲੋਬਾਣਾ ਬਰਾਦਰੀ ਦੇ ਦੇਸਾ ਸਿੰਘ ਬਰਸਿੰਘੀ ਦੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਰਣਧੀਰ ਸਿੰਘ ਰਿਸਰਚ ਸਕਾਲਰ ਨੇ ਕਿਤਾਬ ਲਿਖੀ ਸੀ ਉਦਾਸੀ ਸਿੱਖਾਂ ਦੀ ਵਿਥਿਆ। ਇਸ ਵਿੱਚ ਭਾਈ ਮੱਖਣ ਸ਼ਾਹ ਲੋਬਾਣਾ ਤੇ ਉਹਨਾਂ ਦੇ ਸੰਪੂਰਨ ਪਰਿਵਾਰ ਦਾ ਇਤਿਹਾਸ ਪੜ੍ਹਿਆ ਜਾ ਸਕਦਾ ਸੀ। ਪਰ ਅਫਸੋਸ ਕਿ ਅੱਜ ਇਹ ਕਿਤਾਬਾਂ, ਇਹ ਇਤਿਹਾਸਿਕ ਸਰੋਤ ਸਾਨੂੰ ਦੁਨੀਆ ਦੀ ਕਿਸੇ ਵੀ ਲਾਇਬ੍ਰੇਰੀ ਵਿੱਚ ਨਹੀਂ ਮਿਲਦੇ। ਵਜ੍ਹਾ ਕਿਉਂਕਿ ਕੌਮ ਵੱਲੋਂ ਜਾਂ ਸਾਡੇ ਵੱਲੋਂ ਇਹਨਾਂ ਇਤਿਹਾਸਿਕ ਸਰੋਤਾਂ ਦੀ ਸਾਂਭ ਸੰਭਾਲ ਕੀਤੀ ਹੀ ਨਹੀਂ ਗਈ। ਸੋ ਇਹ ਤਾਂ ਗੱਲ ਸੀ ਭਾਈ ਮੱਖਣ ਸ਼ਾਹ ਲੋਬਾਣਾ ਜੀ ਦੇ ਪਰਿਵਾਰ ਤੇ ਉਹਨਾਂ ਦੇ ਪਿਛੋਕੜ ਦੀ। ਹੁਣ ਗੱਲ ਕਰਦੇ ਹਾਂ ਕਿ ਸਾਨੂੰ ਕਿੰਨਾ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਜਿਹੜਾ ਵਪਾਰ ਆ ਅਫਰੀਕਾ, ਪੁਰਤਗਾਲ ਤੇ ਫਰਾਂਸ ਤੱਕ ਫੈਲਿਆ ਹੋਇਆ ਸੀ। ਭਾਈ ਹਰਪਾਲ ਸਿੰਘ ਕਸੂਰ ਜੀ ਦੀ ਪੁਸ਼ਤੈਨਿਕ ਲਾਇਬ੍ਰੇਰੀ ਤੋਂ ਸਾਨੂੰ ਕੁਝ ਅਜਿਹੇ ਦਸਤਾਵੇਜ਼ ਮਿਲਦੇ ਨੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਜਿਹੜਾ ਵਪਾਰ ਆ ਸਮੁੰਦਰੀ ਰਸਤੇ ਰਾਹੀਂ ਅਫਰੀਕਾ, ਪੁਰਤਗਾਲ ਤੇ ਫਰਾਂਸ ਤੱਕ ਫੈਲਿਆ ਹੋਇਆ ਸੀ। ਇਸ ਤੋਂ ਇਲਾਵਾ ਅਫਰੀਕਾ ਦੇ ਮੁਲੰਦੀ ਇਲਾਕੇ ਵਿੱਚ ਭਾਈ ਮੱਖਣ ਸ਼ਾਹ ਲੋਬਾਣਾ ਜੀ ਅਤੇ ਭਾਰਤੀ ਵਪਾਰੀਆਂ ਨੂੰ ਸਮਰਪਿਤ ਇੱਕ ਮਿਊਜ਼ੀਅਮ ਬਣਿਆ ਹੋਇਆ ਸੀ, ਜਿਸ ਦੇ ਉੱਪਰ ਨਿਸ਼ਾਨ ਸਾਹਿਬ ਝੂਲਦਾ ਸੀ। ਪਰ ਅਸਲ ਵਿੱਚ ਇਹ ਕੋਈ ਮਿਊਜ਼ੀਅਮ ਨਹੀਂ, ਸਗੋਂ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਵਿਸ਼ਾਲ ਗੋਦਾਮ ਸੀ, ਜਿਸ ਦੇ ਵਿੱਚ ਭਾਈ ਮੱਖਣ ਸ਼ਾਹ ਲੋਬਾਣਾ ਜੀ ਆਪਣਾ ਮਾਲ ਰੱਖਿਆ ਕਰਦੇ ਸਨ।
ਸਨ। ਪਰ ਇਮਾਰਤ ਬਹੁਤ ਜ਼ਿਆਦਾ ਪੁਰਾਣੀ ਹੋਣ ਕਰਕੇ ਅੱਜ ਇਹ ਮਿਊਜ਼ੀਅਮ ਵੀ ਉੱਥੇ ਨਹੀਂ ਆ, ਪਰ ਫਿਰ ਵੀ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਕੁਝ ਡਾਕੂਮੈਂਟ ਸਾਂਭ ਕੇ ਰੱਖੇ ਗਏ ਹਨ, ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਮੁੰਦਰ ਦੇ ਰਸਤੇ ਰਾਹੀਂ ਇਸ ਜਗ੍ਹਾ ਉੱਤੇ ਕਦੀ ਵਪਾਰ ਕੀਤਾ ਜਾਂਦਾ ਸੀ। ਸੋ ਇਹਨਾਂ ਸਰੋਤਾਂ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਜਿਹੜਾ ਵਪਾਰ ਆ ਉਹ ਅਫਰੀਕਾ, ਪੁਰਤਗਾਲ, ਫਰਾਂਸ ਤੱਕ ਫੈਲਿਆ ਹੋਇਆ ਸੀ। ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਵੀਡੀਓ ਦੇ ਦੂਜੇ ਭਾਗ ਦੀ ਕਿ ਆਖਰ ਮੱਖਣ ਸ਼ਾਹ ਲੋਬਾਣਾ ਜੀ ਅਜਿਹਾ ਕਿਹੜਾ ਵਪਾਰ ਕਰਦੇ ਸਨ ਕਿ ਜਿਹੜਾ ਉਹਨਾਂ ਦਾ ਵਪਾਰ ਅਫਰੀਕਾ, ਪੁਰਤਗਾਲ, ਫਰਾਂਸ ਤੱਕ ਫੈਲਿਆ ਹੋਇਆ ਸੀ। ਉਹਨਾਂ ਕੋਲ ਅਜਿਹੀ ਕਿਹੜੀ ਸੋਨੇ ਦੀ ਖਾਨ ਸੀ ਕਿ ਵਕਤ ਦਾ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਦੇ ਰੱਖੇ ਸਨ, ਜਿਵੇਂ ਕਿ ਆਪਣੇ ਵਪਾਰਕ ਕਾਫਲੇ ਦੀ ਰਾਖੀ ਵਾਸਤੇ ਹਥਿਆਰਬੰਦ ਫੌਜੀ ਦਸਤੇ ਦੀ ਭਰਤੀ ਕਰ ਸਕਦਾ ਹੈ, ਤੇ ਜੇਕਰ ਉਸਦੇ ਕਾਫਲੇ ਦੀ ਰਾਖੀ ਕਰਦੇ ਸਮੇਂ ਉਸਦੇ ਫੌਜੀ ਦਸਤੇ ਕੋਲੋਂ ਕਿਸੇ ਦਾ ਕਤਲ ਵੀ ਹੋ ਜਾਂਦਾ ਹੈ ਤਾਂ ਉਸਨੂੰ ਉਸ ਕਤਲ ਦੀ ਛੋਟ ਹੈ, ਫਿਰ ਭਾਵੇਂ ਉਹ ਕਤਲ ਕਿਸੇ ਮੁਸਲਮਾਨ ਦਾ ਹੀ ਕਿਉਂ ਨਾ ਹੋਵੇ। ਤੇ ਇਹ ਵਿਸ਼ੇਸ਼ ਅਧਿਕਾਰ ਵੀ ਭਾਈ ਮੱਖਣ ਸ਼ਾਹ ਲੋਬਾਣਾ ਜੀ ਨੂੰ ਉਹਨਾਂ ਦੇ ਵਪਾਰ ਕਰਕੇ ਸੀ, ਕਿਉਂਕਿ ਉਹ ਟੈਕਸ ਦੇ ਰੂਪ ਵਿੱਚ ਬਹੁਤ ਵੱਡੀ ਰਕਮ ਜਿਹੜੀ ਆ ਸਰਕਾਰ ਨੂੰ ਦਿੰਦੇ ਸਨ। ਬਾਦਸ਼ਾਹ ਵੱਲੋਂ ਵਿਸ਼ੇਸ਼ ਅਧਿਕਾਰ, ਇੰਨਾ ਪੈਸਾ, ਇੰਨੀ ਦੌਲਤ, ਇੰਨੀ ਪਾਵਰ, ਆਖਰ ਉਹਨਾਂ ਦਾ ਅਜਿਹਾ ਕਿਹੜਾ ਵਪਾਰ ਸੀ? ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਵਪਾਰ ਕਾਹਦਾ ਸੀ, ਇਸ ਦਾ ਸੰਕੇਤ ਉਹਨਾਂ ਦੇ ਨਾਮ ਵਿੱਚ ਹੀ ਲੁਕਿਆ ਹੋਇਆ ਹੈ, ਭਾਈ ਮੱਖਣ ਸ਼ਾਹ ਲੋਬਾਣਾ। ਲੋਬਾਣਾ ਸ਼ਬਦ ਦਾ ਅਰਥ ਹੈ ਲੂਣ ਦੇ ਬਾਣੀਏ, ਭਾਵ ਕਿ ਉਹ ਲੋਕ ਜੋ ਲੂਣ ਦਾ ਵਪਾਰ ਕਰਦੇ ਹਨ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਈ ਮੱਖਣ ਸ਼ਾਹ ਲੋਬਾਣਾ ਜੀ ਲੂਣ ਦਾ ਵਪਾਰ ਕਰਦੇ ਸਨ। ਪਰ ਇੱਥੇ ਹੁਣ ਕੁਝ ਲੋਕ ਇਹ ਵੀ ਕਹਿਣਗੇ ਕਿ ਲੂਣ ਕਦੋਂ ਤੋਂ ਇੰਨਾ ਮਹਿੰਗਾ ਹੋ ਗਿਆ, ਨਾਲੇ ਜਿਹੜੇ ਆਪਾਂ ਅਫਰੀਕਾ, ਫਰਾਂਸ, ਪੁਰਤਗਾਲ ਦੀ ਗੱਲ ਕਰ ਰਹੇ ਹਾਂ ਉਹ ਤਾਂ ਆਪ ਸਮੁੰਦਰ ਦੇ ਕੰਢੇ ਤੇ ਬੈਠੇ ਨੇ, ਫਿਰ ਉਹਨਾਂ ਨੂੰ ਇੰਨਾ ਮਹਿੰਗਾ ਲੂਣ ਲੈਣ ਦੀ ਕੀ ਲੋੜ ਪੈ ਗਈ। ਦਰਅਸਲ ਭਾਈ ਮੱਖਣ ਸ਼ਾਹ ਲੋਬਾਣਾ ਜੀ ਦੀਆਂ ਜਿਹੜੀਆਂ ਲੂਣ ਦੀਆਂ ਖਦਾਨਾਂ ਉੱਪਰ ਅਧਿਕਾਰ ਸੀ, ਉਹਨਾਂ ਦੇ ਵਿੱਚੋਂ ਲੂਣ ਦੇ ਨਾਲ ਇੱਕ ਚਿੱਟੇ ਰੰਗ ਦਾ ਹੋਰ ਪਦਾਰਥ ਨਿਕਲਿਆ ਕਰਦਾ ਸੀ, ਜਿਸ ਨੂੰ ਸ਼ੋਰਾ ਕਹਿੰਦੇ ਹਨ, ਜਿਸ ਦਾ ਰਸਾਇਣਿਕ ਨਾਮ ਪੋਟਾਸ਼ੀਅਮ ਨਾਈਟ੍ਰੇਟ ਹੈ। ਇਹ ਸ਼ੋਰਾ ਉਸ ਸਮੇਂ ਬਰੂਦ ਬਣਾਉਣ ਦੇ ਕੰਮ ਆਇਆ ਕਰਦਾ ਸੀ ਅਤੇ ਭਾਰਤ ਦੀਆਂ ਖਦਾਨਾਂ ਵਿੱਚੋਂ ਨਿਕਲਣ ਵਾਲੇ ਇਸ ਸ਼ੋਰੇ ਦਾ ਬਰੂਦ ਬਹੁਤ ਹੀ ਉੱਚ ਕੁਆਲਿਟੀ ਦਾ ਬਣਦਾ ਸੀ, ਜਿਸ ਦੀ ਜਾਣਕਾਰੀ ਸਾਨੂੰ ਫ੍ਰੈਂਚ ਰੈਵੋਲੂਸ਼ਨ ਦੌਰਾਨ ਇੱਕ ਸ਼ਾਹੀ ਪਰਿਵਾਰ ਦੀ ਰਾਜਕੁਮਾਰੀ ਵੱਲੋਂ ਲਿਖੇ ਖੱਤ ਵਿੱਚੋਂ ਮਿਲਦੀ ਹੈ, ਜੋ ਆਪਣਾ ਦੇਸ਼ ਛੱਡ ਕੇ ਅਮਰੀਕਾ ਭੱਜਣ ਲਈ ਮਜਬੂਰ ਹੋ ਗਏ। ਉਹ ਰਾਜਕੁਮਾਰੀ ਆਪਣੇ ਖੱਤਾਂ ਵਿੱਚ ਲਿਖਦੀ ਹੈ ਕਿ ਸਾਡੇ ਵਿਰੋਧੀ ਸਾਡੇ ਨਾਲੋਂ ਬਹੁਤੇ ਬਹਾਦਰ ਜਾਂ ਸਿਆਣੇ ਨਹੀਂ ਸਨ, ਪਰ ਫਿਰ ਵੀ ਸਾਡਾ ਰਾਜ ਭਾਗ ਉੱਜੜ ਗਿਆ, ਸਾਨੂੰ ਆਪਣਾ ਦੇਸ਼ ਛੱਡ ਕੇ ਭੱਜਣਾ ਪੈ ਰਿਹਾ ਹੈ। ਇਸ ਦੀ ਵਜ੍ਹਾ ਸਿਰਫ ਇੱਕੋ ਹੈ ਕਿ ਭਾਰਤ ਤੋਂ ਆਉਣ ਵਾਲਾ ਉੱਚ ਕੋਟੀ ਦਾ ਬਰੂਦ ਸਾਡੇ ਵਿਰੋਧੀਆਂ ਨੂੰ ਸਿੱਧਾ ਮਿਲਦਾ ਹੈ, ਪਰ ਰਸਤੇ ਬੰਦ ਹੋਣ ਕਰਕੇ ਸਾਨੂੰ ਯੂਰਪ ਦੇ ਬਰੂਦ ਉੱਤੇ ਨਿਰਭਰ ਕਰਨਾ ਪੈਂਦਾ ਹੈ, ਜੋ ਭਾਰਤ ਦੇ ਬਰੂਦ ਦੇ ਬਿਲਕੁਲ ਨੇੜੇ ਤੇੜੇ ਵੀ ਨਹੀਂ ਹੈ। ਤੇ ਉਸ ਰਾਜਕੁਮਾਰੀ ਵੱਲੋਂ ਲਿਖੇ ਗਏ ਇਹ ਖੱਤ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਕਾਂਗਰਸ ਵਿੱਚ ਅੱਜ ਵੀ ਸੰਭਾਲ ਕੇ ਰੱਖੇ ਗਏ ਹਨ। ਤੇ ਇਹਨਾਂ ਖਤਾਂ ਤੋਂ ਇਲਾਵਾ ਹੋਰ ਵੀ ਅਜਿਹੇ ਬਹੁਤ ਸਾਰੇ ਸਰੋਤ ਹਨ ਜਿਨ੍ਹਾਂ ਵਿੱਚ ਭਾਰਤੀ ਬਰੂਦ ਦੀ ਕੁਆਲਿਟੀ ਦਾ ਜ਼ਿਕਰ ਕੀਤਾ ਗਿਆ ਹੈ, ਤੇ ਇਹ ਸਰੋਤ ਅਮਰੀਕਾ, ਅਫਰੀਕਾ ਵਿੱਚ ਸਾਂਭ ਕੇ ਰੱਖੇ ਗਏ ਹਨ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਪੁਰਤਗਾਲ, ਸਪੇਨ, ਬ੍ਰਿਟੇਨ, ਫਰਾਂਸ ਵਰਗੇ ਦੇਸ਼ ਵੱਧ ਤੋਂ ਵੱਧ ਦੇਸ਼ਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਸਨ, ਤੇ ਜਿਸ ਦੇ ਲਈ ਚਾਹੀਦਾ ਸੀ ਬਰੂਦ, ਤੇ ਇਸ ਬਰੂਦ ਉੱਤੇ ਸਿਰਫ ਇੱਕੋ ਇੱਕ ਪਰਿਵਾਰ ਦਾ ਅਧਿਕਾਰ ਸੀ। ਜਿਵੇਂ ਅੱਜ ਪੂਰੇ ਸੰਸਾਰ ਵਿੱਚ ਤੇਲ ਦੀ ਬਹੁਤ ਮੰਗ ਹੈ, ਪਰ ਇਹਨਾਂ ਤੇਲ ਦੇ ਉੱਤੇ ਸ਼ੇਖਾਂ ਦਾ ਅਧਿਕਾਰ ਹੈ, ਉਵੇਂ ਹੀ ਇਸ ਬਰੂਦ ਉੱਤੇ ਸਿਰਫ ਇੱਕੋ ਪਰਿਵਾਰ ਦਾ ਅਧਿਕਾਰ ਸੀ, ਜਿਸ ਦਾ ਨਾਮ ਸੀ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ ਪਰਿਵਾਰ। ਕਰਮ ਸਿੰਘ ਹਿਸਟੋਰੀਅਨ ਲਿਖਦੇ ਹਨ ਕਿ ਬੇਸ਼ੱਕ ਲੋਬਾਣੇ ਪਰਿਵਾਰਾਂ ਕੋਲ ਬਹੁਤ ਪੈਸਾ ਸੀ, ਪਰ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਉੱਪਰ ਕਦੀ ਵੀ ਟੈਕਸ ਨਹੀਂ ਸੀ ਲਾਇਆ, ਸਗੋਂ ਉਹਨਾਂ ਦੀ ਜ਼ਿੰਮੇਵਾਰੀ ਲਾਈ ਹੋਈ ਸੀ ਕਿ ਖਾਲਸਾ ਮੁਹਿੰਮਾਂ ਵਿੱਚ ਵਧੀਆ ਤੋਂ ਵਧੀਆ ਬਰੂਦ ਦੇਣ, ਕਿਉਂਕਿ ਟੈਕਸ ਨਾਲੋਂ ਜ਼ਿਆਦਾ ਫਾਇਦਾ ਤਾਂ ਖਾਲਸਾ ਫੌਜਾਂ ਜੰਗਾਂ ਜਿੱਤ ਕੇ ਕਰ ਲੈਂਦੀਆਂ ਸਨ। ਇਸ ਤੋਂ ਇਲਾਵਾ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਲੰਡਨ ਦੀ ਮਹਾਰਾਣੀ ਵਿਕਟੋਰੀਆ ਨੂੰ ਉਸ ਦੀ ਜਾਇਦਾਦ ਵਾਪਸ ਕਰਨ ਵਾਸਤੇ ਚਿੱਠੀਆਂ ਲਿਖਦੇ ਹਨ, ਤਾਂ ਆਪਣੀ ਹਰ ਚਿੱਠੀ ਵਿੱਚ ਦਾਦਰ ਦੀਆਂ ਲੂਣ ਦੀਆਂ ਖਾਨਾਂ ਦਾ ਜ਼ਿਕਰ ਜ਼ਰੂਰ ਕਰਦੇ ਹਨ। ਸੋ ਇਹ ਸੀ ਭਾਈ ਮੱਖਣ ਸ਼ਾਹ ਲੋਬਾਣਾ ਜੀ ਦੇ ਵਪਾਰ ਦੀ ਗੱਲ, ਜੋ ਸਮੁੰਦਰ ਦੇ ਰਸਤੇ ਰਾਹੀਂ ਅਫਰੀਕਾ, ਪੁਰਤਗਾਲ ਤੇ ਫਰਾਂਸ ਤੱਕ ਫੈਲਿਆ ਹੋਇਆ ਸੀ। ਹੁਣ ਗੱਲ ਕਰਦੇ ਹਾਂ ਵੀਡੀਓ ਦੇ ਤੀਜੇ ਤੇ ਅੰਤਮ ਭਾਗ ਦੀ ਕਿ ਕਿਵੇਂ ਭਾਈ ਮੱਖਣ ਸ਼ਾਹ ਲੋਬਾਣਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ। ਗੱਲ ਅਗਸਤ 1664 ਦੀ ਹੈ, ਜਦੋਂ ਭਾਈ ਮੱਖਣ ਸ਼ਾਹ ਲੋਬਾਣਾ ਜੀ ਅਫਰੀਕਾ ਤੋਂ ਭਾਰਤ ਨੂੰ ਵਾਪਸ ਆ ਰਹੇ ਸਨ ਤਾਂ ਮਲੰਦੇ ਨਾਂ ਦੇ ਸਥਾਨ ਤੇ ਉਹਨਾਂ ਦਾ ਜਹਾਜ਼ ਘੁੰਮਣ ਘੇਰੀ ਵਿੱਚ ਫਸ ਗਿਆ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪਾਣੀ ਵਾਲੇ ਜਹਾਜ਼ ਹਵਾਵਾਂ ਦੇ ਵੇਗ ਨਾਲ ਚੱਲਿਆ ਕਰਦੇ ਸਨ, ਪਰ ਅੱਜ ਹਵਾ ਤਿੰਨਾਂ ਪਾਸਿਆਂ ਤੋਂ ਆ ਰਹੀ ਸੀ ਤੇ ਨਾਲ ਬਹੁਤ ਜ਼ੋਰਦਾਰ ਮੀਂਹ ਪੈ ਰਿਹਾ ਸੀ। ਤਾਂ ਜਹਾਜ਼ ਦਾ ਮਲਾਹ ਕਹਿਣ ਲੱਗਾ ਕਿ ਅੱਜ ਇਹ ਜਹਾਜ਼ ਡੁੱਬ ਕੇ ਰਹੇਗਾ। ਭਾਈ ਮੱਖਣ ਸ਼ਾਹ ਜੀ ਆਪਣੇ ਮਲਾਹ ਨੂੰ ਕਹਿਣ ਲੱਗੇ ਕਿ ਤੇਰੀ ਕੋਈ ਸਿਆਣਪ, ਤੇਰੀ ਕੋਈ ਜੁਗਤ ਜਾਂ ਤੇਰਾ ਕੋਈ ਤਜਰਬਾ ਜੋ ਇੱਥੇ ਕੰਮ ਆਵੇ, ਸਾਨੂੰ ਇਸ ਤੂਫਾਨ ਚੋਂ ਬਾਹਰ ਕੱਢ ਸਕੇ। ਤਾਂ ਮਲਾਹ ਕਹਿਣ ਲੱਗਾ ਕਿ ਨਹੀਂ, ਮੈਂ ਸੁਣਿਆ ਹੈ ਕਿ ਇਹ ਤੂਫਾਨ ਉਹ ਤੂਫਾਨ ਹੈ ਜੋ ਵੱਡੇ ਵੱਡੇ ਜਹਾਜ਼ਾਂ ਨੂੰ ਡੋਬ ਕੇ ਰੱਖ ਦਿੰਦਾ ਹੈ, ਤੇ ਅੱਜ ਆਪਣਾ ਜਹਾਜ਼ ਵੀ ਡੁੱਬ ਕੇ ਰਹੇਗਾ, ਅਸੀਂ ਹੁਣ ਨਹੀਂ ਬਚ ਸਕਦੇ। ਤਾਂ ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ ਕਿ ਠੀਕ ਹੈ, ਫਿਰ ਮੈਂ ਇੱਕ ਮਲਾਹ ਨੂੰ ਹੋਰ ਜਾਣਦਾ ਹਾਂ ਜੋ ਮੇਰਾ ਜਹਾਜ਼ ਇਸ ਸਮੁੰਦਰ ਵਿੱਚੋਂ, ਇਸ ਤੂਫਾਨ ਵਿੱਚੋਂ ਬਾਹਰ ਕੱਢੇਗਾ। ਭਾਈ ਮੱਖਣ ਸ਼ਾਹ ਜੀ ਨੇ ਚੌਂਕੜਾ ਲਗਾਇਆ ਤੇ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਤੇ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਕੀਤੀ ਕਿ ਹੇ ਸੱਚਾ ਪਾਤਸ਼ਾਹ, ਮੇਰਾ ਅੱਜ ਇਹ ਬੇੜਾ ਪਾਰ ਲਗਾ ਦੇ ਤੇ ਮੈਂ ਆਪ ਜੀ ਦੇ ਦਰ ਉੱਤੇ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। ਇੱਥੇ ਆਪਾਂ ਇੱਕ ਸਿੱਖਿਆ ਹੋਰ ਲਈਏ ਕਿ ਮੁਸੀਬਤ ਚਾਹੇ ਕਿੰਨੀ ਵੀ ਹੋਵੇ, ਸਾਨੂੰ ਜਪਜੀ ਦਾ ਸਾਥ ਕਦੀ ਵੀ ਨਹੀਂ ਛੱਡਣਾ ਚਾਹੀਦਾ। ਜੇਕਰ ਮੇਰੇ ਵਰਗਾ ਕੋਈ ਨਗੋਰਾ ਹੁੰਦਾ ਤਾਂ ਉਹ ਮੁਸੀਬਤ ਵਿੱਚ ਰੋਂਦਾ, ਕਲਪਦਾ ਜਾਂ ਚੀਖਦਾ ਚਿਲਾਉਂਦਾ, ਪਰ ਭਾਈ ਮੱਖਣ ਸ਼ਾਹ ਲੋਬਾਣਾ ਜੀ
ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ ਹਨ। ਸੋ ਆਪਾਂ ਵੀ ਇਹ ਨੇਮ ਬਣਾਈਏ ਕਿ ਆਪਣੀ ਜ਼ਿੰਦਗੀ ਵਿੱਚ ਜਦੋਂ ਵੀ ਕਦੀ ਕੋਈ ਮੁਸੀਬਤ ਆਵੇ ਤਾਂ ਜਪਜੀ ਦਾ ਹੱਥ ਨਾ ਛੱਡੀਏ। ਜਪਜੀ ਸਾਹਿਬ ਕਰਨ ਨਾਲ ਬੇੜੇ ਪਾਰ ਲੱਗ ਜਾਂਦੇ ਹਨ। ਸੋ ਗੁਰੂ ਸਾਹਿਬ ਦੀ ਕਿਰਪਾ ਹੀ ਤੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਬੇੜਾ ਉਸ ਤੂਫਾਨ ਵਿੱਚੋਂ ਪਾਰ ਲੱਗ ਗਿਆ। ਭਾਈ ਮੱਖਣ ਸ਼ਾਹ ਲੁਬਾਣਾ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਚੇਚਕ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਆਪ ਚੇਚਕ ਦੀ ਲਪੇਟ ਵਿੱਚ ਆ ਗਏ ਹਨ ਤੇ ਜੋਤੀ 'ਚ ਸਮਾ ਗਏ ਹਨ। ਪਰ ਉਹਨਾਂ ਨੇ ਜਾਣ ਤੋਂ ਪਹਿਲਾਂ ਸੰਗਤਾਂ ਨੂੰ ਬਾਬੇ ਬਕਾਲੇ ਵੱਲ ਹੱਥ ਕਰਕੇ ਕਿਹਾ ਕਿ ਅਗਲਾ ਗੁਰੂ ਹੁਣ ਤੁਹਾਡਾ ਬਾਬੇ ਬਕਾਲੇ ਮਿਲੇਗਾ ਤੁਹਾਨੂੰ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮੂੰਹੋਂ ਇਹ ਬਚਨ ਨਿਕਲਣ ਤੋਂ ਬਾਅਦ ਬਾਬੇ ਬਕਾਲੇ ਵਿਖੇ 22 ਮੰਜੀਆਂ ਲੱਗ ਗਈਆਂ ਸਨ ਤੇ ਹਰ ਕਿਸੇ ਦਾ ਜ਼ੋਰ ਲੱਗਾ ਹੋਇਆ ਸੀ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਸਤੇ। ਤੇ ਇਹਨਾਂ 22 ਮੰਜੀਆਂ ਦੇ ਵਿੱਚੋਂ ਸਭ ਤੋਂ ਵੱਡੀ ਮੰਜੀ ਧੀਰਮਲ ਦੀ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਭਾਈ ਗੁਰਦਾਸ ਜੀ ਕੋਲੋਂ ਹੱਥ ਲਿਖਤ ਬੀੜ ਲਿਖਵਾਈ ਸੀ ਉਹ ਵੀ ਧੀਰਮਲ ਦੇ ਕੋਲ ਸੀ। ਭਾਈ ਮੱਖਣ ਸ਼ਾਹ ਲੁਬਾਣਾ ਜੀ ਜਦੋਂ ਬਾਬੇ ਬਕਾਲੇ ਵਿਖੇ ਪਹੁੰਚਦੇ ਹਨ ਤਾਂ ਉੱਥੇ ਲੱਗੇ ਹੋਏ ਮੰਜਿਆਂ ਨੂੰ ਦੇਖ ਕੇ ਬਹੁਤ ਹੈਰਾਨ ਹੁੰਦੇ ਹਨ। ਫਿਰ ਉਹ ਸੋਚਦੇ ਹਨ ਕਿ ਮੈਂ ਹਰੇਕ ਦੇ ਅੱਗੇ 5-5 ਮੋਹਰਾਂ ਦਾ ਮੱਥਾ ਟੇਕਾਂਗਾ ਤੇ ਜੋ ਵੀ ਸੱਚਾ ਗੁਰੂ ਹੋਏਗਾ ਉਹ ਮੇਰੇ ਮਨ ਦੀ ਜਾਣ ਲਏਗਾ ਤੇ ਮੈਨੂੰ ਖੁਦ ਆਵਾਜ਼ ਦੇ ਲਏਗਾ। ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਇਦਾਂ ਹੀ ਕੀਤਾ। ਉਹ ਹਰੇਕ ਦੇ ਕੋਲ ਜਾਂਦੇ ਤੇ 5 ਮੋਹਰਾਂ ਰੱਖ ਕੇ ਮੱਥਾ ਟੇਕ ਦਿੰਦੇ, ਪਰ ਕਿਸੇ ਨੇ ਵੀ ਉਹਨਾਂ ਨੂੰ ਆਵਾਜ਼ ਨਾ ਦਿੱਤੀ। ਜਦੋਂ ਸਾਰੀਆਂ ਮੰਜੀਆਂ ਤੋਂ ਬਾਅਦ ਕੋਈ ਵੀ ਨਾ ਬਚਿਆ ਤਾਂ ਉਹਨਾਂ ਨੇ ਉੱਥੇ ਬੈਠੇ ਕਿਸੇ ਬੰਦੇ ਨੂੰ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਹੈ ਜੋ ਭਗਤੀ ਕਰ ਰਿਹਾ ਹੋਵੇ। ਤਾਂ ਕਿਸੇ ਨੇ ਇੱਕ ਭੋਰੇ ਵੱਲ ਹੱਥ ਕਰਕੇ ਕਿਹਾ ਕਿ ਉੱਧਰ ਇੱਕ ਤੇਗੂ ਕਮਲਾ ਰਹਿੰਦਾ ਹੈ ਜੋ ਉਸ ਭੋਰੇ ਵਿੱਚ ਬੈਠਾ ਹੈ ਤੇ ਭਗਤੀ ਕਰਦਾ ਰਹਿੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਜੀ ਉਸ ਭੋਰੇ ਵੱਲ ਨੂੰ ਜਾਂਦੇ ਹਨ ਤਾਂ ਬਾਹਰ ਉਹਨਾਂ ਦੀ ਮੁਲਾਕਾਤ ਮਾਤਾ ਗੁਜਰੀ ਜੀ ਨਾਲ ਹੁੰਦੀ ਹੈ। ਮਾਤਾ ਗੁਜਰੀ ਜੀ ਉਹਨਾਂ ਨੂੰ ਭੋਰੇ ਦੇ ਅੰਦਰ ਲੈ ਕੇ ਜਾਂਦੇ ਹਨ ਤਾਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਉਹਨਾਂ ਅੱਗੇ ਵੀ 5 ਮੋਹਰਾਂ ਰੱਖ ਕੇ ਮੱਥਾ ਟੇਕਦੇ ਹਨ। ਜਦੋਂ ਮੱਥਾ ਟੇਕ ਕੇ ਵਾਪਸ ਮੁੜਨ ਲੱਗਦੇ ਹਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਆਵਾਜ਼ ਦੇ ਕੇ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਸਿੱਖੀ ਕਮਾਉਣ ਵਾਲੇ ਕਦੇ ਵੀ ਆਪਣੀ ਕਹੀ ਗੱਲ ਤੋਂ ਮੁੱਕਰਦੇ ਨਹੀਂ ਹਨ। ਤੂੰ ਤਾਂ 500 ਮੋਹਰਾਂ ਦੀ ਗੱਲ ਕੀਤੀ ਸੀ ਤੇ ਹੁਣ ਤੂੰ 5 ਮੋਹਰਾਂ ਭੇਟ ਕਰ ਰਿਹਾ ਹੈ। ਗੁਰੂ ਸਾਹਿਬ ਉਸ ਨੂੰ ਆਪਣਾ ਮੋਢਾ ਦਿਖਾਉਂਦੇ ਹੋਏ ਕਹਿੰਦੇ ਹਨ ਕਿ ਆਹ ਦੇਖ, ਤੇਰੇ ਬੇੜੇ ਨੂੰ ਪਾਰ ਲਾਉਣ ਵਾਸਤੇ ਅਸੀਂ ਆਪਣਾ ਮੋਢਾ ਥੱਲੇ ਦਿੱਤਾ ਸੀ ਤੇ ਸਾਡਾ ਮੋਢਾ ਵੀ ਛਿੱਲਿਆ ਗਿਆ ਹੈ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਦੇ ਮੋਢੇ ਦੇਖਣ ਤੋਂ ਬਾਅਦ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਮੋਢੇ ਤੇ ਪਰਨਾ ਪਾਇਆ ਤੇ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗੇ, ਭੁੱਲੀਏ ਸੰਗਤੇ ਸੁਣੋ ਦੇ ਕਾਨ, ਮੈਂ ਗੁਰ ਲੱਦਾ ਮੈਂ ਮਰਦ ਮਹਾਨ। ਤੇ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਗੁਰੂ ਲਾਧੋ ਦਾ ਰੌਲਾ ਪਾਇਆ ਸੀ, ਜਿਸ ਤੋਂ ਬਾਅਦ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤੇ ਸਿੱਖਾਂ ਨੂੰ ਉਹਨਾਂ ਦੇ ਅਗਲੇ ਗੁਰੂ ਮਿਲ ਗਏ। ਗੁਰੂ ਸਾਹਿਬ ਜਿਸ ਭੋਰੇ ਵਿੱਚ ਬੈਠੇ ਸਨ ਉੱਥੇ ਉਹਨਾਂ ਨੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਤੇ ਅੱਜ ਇਸ ਜਗ੍ਹਾ ਉੱਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਬਣਿਆ ਹੋਇਆ ਹੈ।